उचरे शास्त्र खट, पिंग गिरन चढ़ जाए। अंध लखे बधिरो सुने, जो काल कृपा कराई। अंध लखे बधिरो सुने, जो काल कृपा कराए। जुगो जुग अटल। धन धन साहिब श्री गुरु ग्रंथ साहिब जी महाराज दी पावन पवित्र गोद विच जुड़ बैठी सरबत साध संगत। वाहिगुरु जी का खालसा, वाहिगुरु जी की फतेह। बड़े भाग पेटे गुरदेवा, कोट पराध मिटै हर सेवा। आओ जो लड़ीवार विचार पावन बानी जपजी साहिब जी दी इस पावन स्थान ते चल रही है। अज 29वीं पौड़ी दी विचार। पहला मूल पाठ करांगे, फिर जैसी जैसी मेरे सतगुर पातशाह किरपा करनगे। आओ जुड़ो प्यार नाल जपो जी। भुगत ज्ञान दया भंडारन, घट घट वाजे नाद। आप नाथ नाथी सब जाकी, रिध सिद्ध अबरा साध। संजोग विजोग दोए कार चलावै, लेखे आवह भाग। आदेश तिसै आदेश, आद अनील अनाद अनाहत। जुग जुग एको वेस, आदेश तिसै आदेश। आद अनील अनाद अनाहत, जुग जुग एको वेस। भुगत ज्ञान दया भंडारन। जिस तरह कल भी विचार हुई सी, ये 4 पौड़ियां लगातार जोगियां नूं मुखातब हो के मेरे पातशाह ने, पर उपदेश सारिਆਂ ਲਈ ਸਾਂਝਾ है। मुखातब जोगियां नूं ने, पर थाएं महापुरख साखी बोल दे। सांझी सगल जहाने। उपदेश सारे संसार ਲਈ है। ਤੇ ਇੱਥੇ ਗੁਰਦੇਵ ਜੋਗੀਆਂ ਦੇ ਜੋ ਧਰਮ ਚਿੰਨ੍ਹ ਹਨ, ਉਹਨਾਂ ਨੂੰ ਲੈ ਕੇ ਵਿਚਾਰਾਂ ਜੋਗੀਆਂ ਨਾਲ ਸਾਂਝੀਆਂ ਕਰ ਰਹੇ ਹਨ। ਕਿਉਂਕਿ ਹਰ ਧਰਮ ਦਾ ਕੋਈ ਵਿਸ਼ੇਸ਼ ਚਿੰਨ੍ਹ ਹੁੰਦਾ ਹੈ। ਮੁਸ਼ਕਿਲ ਉਦੋਂ ਬਣਦੀ ਹੈ ਜਦੋਂ ਅਸੀਂ ਚਿੰਨ੍ਹ ਨੂੰ ਪਕੜ ਲੈਂਦੇ ਹਾਂ, ਤੱਤ ਨੂੰ ਭੁੱਲ ਜਾਂਦੇ ਹਾਂ। ਉਦੋਂ ਫਿਰ ਸਾਰੀ ਐਕਸਰਸਾਈਜ਼ ਫੁਟਾਈਲ ਹੋ ਜਾਂਦੀ ਹੈ। ਇੱਕ ਜਰਨਲਿਸਟ ਅਮਰੀਕਾ ਵਿੱਚ ਗੁਰੂ ਘਰ ਆਈ। ਮੈਨੂੰ ਹੁਕਮ ਵੀ ਹੋਇਆ ਵੀ ਕੁਝ ਸਾਂਝਾਂ ਕਰੋ ਵਿਚਾਰਾਂ ਦੀਆਂ। ਮੈਂ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਉਹਦਾ ਪਹਿਲਾ ਛੁੱਟਦਿਆਂ ਕੁਐਸਚਨ ਸੀ, ਤੁਹਾਡੇ ਧਰਮ ਵਿੱਚ ਰਿਚੁਅਲ ਕੀ ਨੇ? ਮੈਂ ਕਿਹਾ ਰਿਚੁਅਲ ਜਿਸ ਪੱਖ ਨਾਲ ਤੂੰ ਪੁੱਛ ਰਹੀ ਹੈ,
ਇੱਥੇ ਕੁਛ ਵੀ ਰਿਚੁਅਲ ਨਹੀਂ, ਸਭ ਸਪਿਰਿਚੁਅਲ ਹੈ, ਹਰ ਚੀਜ਼ ਦਾ ਭਾਵ ਹੈ। ਸੰਗਤ ਦੀ ਚੜ੍ਹਨ ਧੂੜ ਲੈਣ ਤੋਂ ਲੈ ਕੇ ਇੱਥੇ ਦਰਬਾਰ 'ਚ ਮੱਥਾ ਟੇਕਣਾ, ਪ੍ਰਦਖਣਾ ਕਰਨੀ, ਬਾਣੀ ਸੁਣਨੀ, ਬਾਣੀ ਕਥਾ ਸੁਣਨੀ, ਅਰਦਾਸ ਕਰਨੀ, ਹੁਕਮਨਾਮਾ ਲੈਣਾ, ਕੜਾ ਪ੍ਰਸ਼ਾਦੀ ਦੇਗ ਸਵੀਕਾਰ ਕਰਨੀ, ਇਹ ਸਭ ਦੇ ਪਿੱਛੇ ਭਾਵ ਨੇ। ਤੇ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਅਸੀਂ ਉਸ ਤੱਤ ਨੂੰ ਭੁੱਲ ਜਾਂਦੇ ਹਾਂ। ਇੱਥੇ ਵੀ ਜੋਗੀਆਂ ਨੂੰ ਗੁਰਦੇਵ ਕਹਿ ਰਹੇ ਨੇ, ਤੱਤ ਨੂੰ ਪਕੜੋ ਜੋਗੀ। ਹੁਣ ਜੋਗੀਆਂ ਦਾ ਜ਼ੋਰ ਜਿਹੜਾ ਸੀ ਭੋਜਨ 'ਤੇ ਬਹੁਤ ਸੀ। ਭੁਗਤ ਕਹਿੰਦੇ ਨੇ ਭੋਜਨ ਨੂੰ, ਚੂਰਮੇ ਕੁੱਟ ਕੇ ਖਾਂਦੇ ਸਨ। ਕੋਈ ਸਰੀਰ ਦੇ ਤਲ 'ਤੇ ਉਹਨਾਂ ਦਾ ਬੜਾ ਯਤਨ ਸੀ, ਸਰੀਰ ਸਾਧਨਾ, ਪਰਪਸ 'ਤੇ ਉਹਨਾਂ ਦਾ ਪਰਮਾਤਮਾ ਪ੍ਰਾਪਤੀ ਸੀ, ਲੇਕਿਨ ਉਹ ਉਲਝ ਗਏ ਰਿੱਧੀਆਂ ਸਿੱਧੀਆਂ ਵਿੱਚ, ਸ਼ਕਤੀਆਂ ਵਿੱਚ। ਉਹਨਾਂ ਨੇ ਇਹੀ ਸਮਝ ਲਿਆ ਵੀ ਸ਼ਕਤੀਆਂ ਪਾਸ ਆ ਜਾਣ ਤੇ ਪਰਮੇਸ਼ਰ ਆਪੇ ਮਿਲ ਜਾਂਦਾ ਹੈ। ਨਹੀਂ, ਇੱਥੇ ਗੁਰਦੇਵ ਨੇ ਨਕਾਰਿਆ, ਰਿੱਧ ਸਿੱਧ ਅਵਰਾ ਸਾਧ। ਸ਼ਕਤੀਆਂ ਤੇ ਉਲਟਾ ਰੁਕਾਵਟ ਨੇ ਪਰਮੇਸ਼ਰ ਪ੍ਰਾਪਤੀ ਵਿੱਚ। ਤਾਂ ਹੀ ਗੁਰਮਤ ਵਿੱਚ ਸ਼ਕਤੀਆਂ ਨੂੰ ਦੂਰ ਰੱਖਿਆ ਹੈ ਮੇਰੇ ਪਾਤਸ਼ਾਹ ਨੇ। ਸ਼ਕਤੀ ਵਰਤਾਨੀ ਨਹੀਂ ਹੈ, ਸ਼ਕਤੀ ਦਾ ਪ੍ਰਗਟਾਵਾ ਨਹੀਂ ਕਰਨਾ। ਸ਼ਕਤੀਆਂ ਸੁਭਾਵਕ ਆਉਣਗੀਆਂ। ਰਿੱਧ ਸਿੱਧ ਨਾਮੇ ਕੀ ਦਾਸੀ, ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ। ਏਕ ਸ਼ਬਦ ਲਿਵ ਲਾਏ ਨਵ ਨਿਧੀ, 18 ਸਿੱਧੀ ਪਿੱਛੇ ਲਗੀਆਂ ਫਿਰੇ। ਜੋ ਹਰ ਹਿਰਦੇ ਸਦਾ ਵਸਾਏ। ਰਿੱਧੀਆਂ ਸਿੱਧੀਆਂ ਤੇ ਮਗਰ ਤੁਰਦੀਆਂ ਜਪਣ ਵਾਲਿਆਂ ਦੇ, ਪਰ ਜੇ ਉਹਨਾਂ ਦੇ ਪ੍ਰਭਾਵ ਹੇਠ ਆ ਗਏ ਤੇ ਬਸ ਇਹ ਬਹੁਤ ਵੱਡੀ ਇੱਕ ਰੁਕਾਵਟ ਹੈ। ਗੁਰਦੇਵ ਬਖਸ਼ਿਸ਼ ਕਰਦੇ ਹਨ ਭੁਗਤ ਗਿਆਨ। ਜੋਗੀ ਜੇ ਪਰਮੇਸ਼ਰ ਦੇ ਰਸਤੇ ਚੱਲਿਆ ਨਾ, ਭੋਜਨ ਤੇ ਇੱਕ ਸੁਭਾਵਿਕ ਪ੍ਰਕਿਰਿਆ ਸਰੀਰ ਦੀ ਮਿਲ ਹੀ ਜਾਏਗਾ, ਲੇਕਿਨ ਜੋਗੀ ਦਾ ਜੋ ਧਰਮ ਮਾਰਗ ਦਾ ਪਾਂਧੀ ਹੈ, ਉਹਦਾ ਭੋਜਨ ਗਿਆਨ ਹੋਣਾ ਚਾਹੀਦਾ। ਪਿਆਰ ਨਾਲ ਆਖੋ ਸਤਨਾਮ। ਗਿਆਨ ਪ੍ਰਾਪਤੀ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਗਿਆਨ ਪ੍ਰਾਪਤੀ, ਗਿਆਨ ਕਿਹੜਾ? ਰੱਬੀ ਗਿਆਨ, ਤत्व ਗਿਆਨ। ਤੇ ਇੱਥੇ ਕਿਉਂਕਿ ਸਾਰੀ ਬਾਣੀ ਪ੍ਰਥਮ ਪੁਰਸ਼ ਵਿੱਚ ਹੈ, ਗੁਰਦੇਵ ਕਹਿੰਦੇ ਨੇ ਭੁਗਤ ਗਿਆਨ। ਸਾਡਾ ਭੋਜਨ ਜੋਗੀ ਗਿਆਨ ਹੈ, ਜਿਹੜਾ ਈਸ਼ਵਰੀ ਦਇਆ ਤੋਂ ਮਿਲਦਾ ਹੈ। ਗਿਆਨ ਐਵੇਂ ਪ੍ਰਾਪਤ ਨਹੀਂ ਹੁੰਦਾ, ਆਪਣੇ ਯਤਨ ਕਰਕੇ ਤत्व ਗਿਆਨ ਪ੍ਰਾਪਤ ਨਹੀਂ ਹੁੰਦਾ, ਉਹਦੀ ਬਖਸ਼ਿਸ਼ ਦੁਆਰਾ, ਉਹਦੀ ਦਇਆ ਕਰਕੇ ਪ੍ਰਾਪਤ ਹੁੰਦਾ ਹੈ। ਇਸ ਗਿਆਨ ਦੀ ਭੰਡਾਰਨ ਰੱਬੀ ਦਇਆ ਹੈ। ਜੋਗੀਆਂ ਦੇ ਭੋਜਨ ਦੀ ਭੰਡਾਰਨ ਅੰਨਾਪੂਰਨਾ ਦੇਵੀ ਨੂੰ ਮੰਨਦੇ ਨੇ। ਮਿਥਿਹਾਸਕ ਕਥਾ ਵੀ ਹੈ ਇਸ ਪ੍ਰਤੀ, ਪਰ ਫਿਰ ਵਿਚਾਰ ਲੰਬੀ ਹੋ ਜਾਏਗੀ, ਮੈਂ ਇਹਨੂੰ ਬਰੀਫ ਰੱਖਾਂ। ਅੰਨਾਪੂਰਨਾ ਦੇਵੀ ਮੰਨੀ ਗਈ ਹੈ, ਜੋ ਸਭ ਨੂੰ ਭੋਜਨ ਪਹੁੰਚਾਉਂਦੀ ਹੈ। ਗੁਰਦੇਵ ਕਹਿੰਦੇ ਨਹੀਂ, ਸਾਡਾ ਭੋਜਨ ਗਿਆਨ ਹੈ ਤੇ ਉਹ ਈਸ਼ਵਰੀ ਦਇਆ ਤੋਂ ਪ੍ਰਾਪਤ ਹੁੰਦਾ ਹੈ, ਤੇ ਅੱਗੋਂ ਇਸ ਭੋਜਨ ਨੂੰ ਵੰਡਣਾ ਵੀ ਦਇਆ ਤੋਂ ਆਉਂਦਾ ਹੈ। ਗੁਰੂ ਨਾਨਕ ਨੇ ਇਤਨੀ ਯਾਤਰਾ ਕੀਤੀ, ਲੁਕਾਈ ਨੂੰ ਤਾਰਨ ਲਈ ਕੀਤੀ। ਗਿਆਨ ਦਾ ਭੋਜਨ ਵੰਡਿਆ ਲੁਕਾਈ ਨੂੰ ਤਾਰਨ ਲਈ, ਦਇਆ ਭਾਵ ਨਾਲ, ਹੰਕਾਰ ਭਾਵ ਨਾਲ ਨਹੀਂ, ਦਇਆ ਭਾਵ ਨਾਲ। ਉਹ ਬੜੀ ਛੋਟੀ ਛੋਟੀ ਬਾਈਟਸ, ਜਿਵੇਂ ਪੀਨਟ ਬਾਈਟਸ ਵਿੱਚ ਨਾ ਸਾਰੀ ਗੁਰਬਾਣੀ ਪੜ੍ਹੋ। ਸਿਰਫ ਫਰਕ ਇਹ ਹੈ ਕਿ ਥੋੜ੍ਹਾ ਸਮਾਂ ਪੈ ਗਿਆ ਹੈ, 500 ਸਾਲ ਦਾ। ਉਸ ਦੌਰਾਨ ਭਾਸ਼ਾ ਥੋੜ੍ਹੀ ਬਦਲ ਗਈ। ਪਰ ਕੁਛ ਇਹ ਵੀ ਗੱਲ ਹੈ ਕਿ ਪਾਤਸ਼ਾਹ ਨੇ ਹਰ ਭਾਸ਼ਾ, ਜਿੱਥੇ ਜਿਸ ਦੇਸ਼ ਵਿੱਚ ਗਏ ਉੱਥੋਂ ਦੀ ਭਾਸ਼ਾ ਵਰਤੀ, ਉੱਥੋਂ ਦਾ ਢੰਗ ਵਰਤਿਆ। ਇਸ ਲਈ ਬਾਣੀ ਵਿੱਚ ਹਿੰਦੀ ਵੀ ਹੈ, ਸਿੰਧੀ ਵੀ ਹੈ, ਗੁਜਰਾਤੀ ਵੀ ਹੈ, ਮਾਰਵਾੜੀ ਵੀ ਹੈ, ਫਾਰਸੀ ਵੀ ਹੈ, ਅਰੇਬਿਕ ਭਾਸ਼ਾ ਵੀ ਹੈ। ਸੋ ਗੁਰਦੇਵ ਕਹਿੰਦੇ ਨੇ ਭੁਗਤ ਗਿਆਨ ਦਇਆ ਭੰਡਾਰਨ।
ਘਟ ਘਟ ਵਾਜਹਿ ਨਾਦ। ਤੇ ਉਹਨਾਂ ਨੇ ਇੱਕ ਸਿੰਗੀ ਰੱਖੀ ਹੋਈ ਸੀ ਜੋਗੀਆਂ ਨੇ, ਜੋ ਭੋਜਨ ਵੇਲੇ ਵਜਾਉਂਦੇ ਸਨ ਉੱਚੀ ਉੱਚੀ। ਪਾਤਸ਼ਾਹ ਕਹਿੰਦੇ ਨੇ ਸਾਨੂੰ ਕਿਸੇ ਨਾਦ ਨੂੰ ਵਜਾਉਣ ਦੀ ਲੋੜ ਨਹੀਂ, ਉਹ ਰੱਬੀ ਨਾਦ ਹਰ ਹਿਰਦੇ ਵਿੱਚ ਵੱਜ ਰਿਹਾ ਹੈ। ਹਰ ਹਿਰਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੈ। ਉਹ ਸ਼ਬਦ ਨਾਦ ਅੰਦਰ ਵੱਜ ਰਿਹਾ ਹੈ, ਸਾਡੀ ਹੋਂਦ ਦਾ ਨਾਦ ਹੈ। ਘਟ ਘਟ ਵਾਜੇ ਨਾਦ। ਤੇ ਜੋਗੀ ਤੇਰਾ ਸਵਾਮੀ, ਤੇਰਾ ਗੁਰੂ ਜਾਂ ਜੋ ਤੁਹਾਡਾ ਮੁਖੀਆ ਹੈ ਸੰਪਰਦਾ ਦਾ, ਸਭ ਆਪਣੇ ਆਪ ਨੂੰ ਨਾਥ ਕਹਿਲਾਉਂਦੇ ਸਨ। ਗੋਰਖਨਾਥ, ਮਛੰਦਰਨਾਥ, ਚਰਪਟਨਾਥ। ਪਾਤਸ਼ਾਹ ਕਹਿੰਦੇ ਨਹੀਂ, ਉਹ ਨਾਥ ਇੱਕ ਹੀ ਹੈ। ਆਪ ਨਾਥ, ਨਾਥੀ ਸਭ ਜਾਕੀ, ਜਿਹਨੇ ਸਭ ਨੂੰ ਆਪਣੇ ਹੁਕਮ ਦੀ ਨਕੇਲ ਪਾਈ ਹੋਈ ਹੈ, ਨਾਥਿਆ ਹੋਇਆ ਹੈ। ਆਪ ਨਾਥ, ਨਾਥੀ ਸਭ ਜਾਕੀ। ਤੇ ਜੋਗੀ ਰਿੱਧ ਸਿੱਧ, ਜਿਨ੍ਹਾਂ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਕੇ ਤੂੰ ਹੰਕਾਰ ਕਰਦਾ ਹੈ, ਇਹ ਹੋਰ ਸਵਾਦ ਹੈ, ਇਹ ਗੁਰਮਤ ਦਾ ਸਵਾਦ ਨਹੀਂ ਹੈ। ਪਿਆਰ ਨਾਲ ਆਖੋ ਸਤਨਾਮ। ਇਹ ਛੋਟੀ ਚੀਜ਼ ਹੈ, ਥਲਵੇਂ ਪੱਧਰ ਦੀ ਚੀਜ਼ ਹੈ। ਜਿਹੜੇ ਅਭਿਆਸੀ ਨੇ, ਸੁਭਾਵਕ ਉਹਨਾਂ ਅੰਦਰ ਸ਼ਕਤੀਆਂ ਆ ਜਾਂਦੀਆਂ। ਜਜ਼ਬ ਕਰਨਾ ਹੈ, ਇਹੀ ਜਜ਼ਬ ਕਰਨ ਦੀ ਚੀਜ਼ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਤੇ ਮਿਲਾਪ ਤੇ ਵਿਛੋੜਾ, ਉਹ ਕਾਰ ਪਾਰ ਬ੍ਰਹਮ ਪਰਮੇਸ਼ਰ ਜੋ ਸਾਡਾ ਨਾਥ ਹੈ, ਉਹ ਚਲਾ ਰਿਹਾ। ਉਹਦੇ ਹੁਕਮ ਦੀ ਕਾਰ ਚੱਲ ਰਹੀ ਹੈ, ਉਹਦੇ ਵਿੱਚ ਹੀ ਮਿਲਾਪ ਹੈ, ਉਹਦੇ 'ਚ ਹੀ ਵਿਛੋੜਾ ਹੈ, ਉਹਦੇ 'ਚ ਜੀਵ ਜਨਮਦੇ ਨੇ, ਉਹਦੇ ਹੁਕਮ ਵਿੱਚ ਜੀਵ ਚਲੇ ਜਾਂਦੇ ਨੇ ਸੰਸਾਰ ਤੋਂ। ਉਸੇ ਦੀ ਕਾਰ ਚੱਲ ਰਹੀ ਹੈ, ਉਹਦਾ ਹੁਕਮ ਹੀ ਚੱਲ ਰਿਹਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਤੇ ਆਪਣੀ ਆਪਣੀ ਪ੍ਰਲਬਧ, ਆਪਣੇ ਆਪਣੇ ਭਾਗਾਂ ਮੁਤਾਬਿਕ, ਕਰਮਾਂ ਦੀ ਪੂੰਜੀ ਮੁਤਾਬਕ ਜੋ ਜੋ ਪ੍ਰਾਪਤ ਹੁੰਦਾ ਹੈ, ਉਸ ਦੇ ਹੁਕਮ ਹੇਠ ਪ੍ਰਾਪਤ ਹੁੰਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਆਵੇ ਭਾਗ। ਇੱਥੇ ਭਾਵ ਜੋਗੀਆਂ ਨੂੰ ਉਪਦੇਸ਼ ਹੈ ਵੇ ਕਿ ਜੋਗੀ ਗਿਆਨ ਧਾਰਨ ਕਰ। ਜੋਗੀ ਦਾ ਭੋਜਨ, ਜੋਗ ਸ਼ਬਦੰ ਗਿਆਨ ਸ਼ਬਦੰ। ਆਸਾ ਦੀ ਵਾਰ ਚਾਹੁੰਦੀ ਨਾ ਸੰਸਕ੍ਰਿਤੀ ਸ਼ਲੋਕ ਦਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ, ਛਤਰੀ ਸ਼ਬਦੰ ਸੂਰ ਸ਼ਬਦੰ शूद्र शब्दं प्राकृते, सर्व शब्दं एक शब्दं जेको जाने भयो, नानक ताका दास है सोई निरंजन देव। जोगी ने उत्थे भी पातशाह ने उपदेश किया, जे तू जोगी है, जोगी का मतलब की होंदा जुड़ा है। पर जिथे दो ना रह जाए, फिर जोग, पातशाह का जोग जिहड़ा ना, मैं अगे बेनती की सी 1 + 1 = 1 है, एक हो जाना। 1 + 1 = 2 नहीं, 2 नहीं रहना, एक हो जाना। अब तो जाए चढ़े सिंहासन, मिल है सारंग पानी, राम कबीरा एक भय हैं, कोई ना सके पछानी। नदियां आते वहाँ पवें समुद्र, समुद्र रूप हो गया, जीव ब्रह्म रूप हो जाए, बस ए मंजिल है, ए मंजिल है गुरसिख दी। ਇਹ ਜਿਹੜਾ ਜੀਵ ਭਾਵ ਹੈ ਟੁੱਟ ਜਾਏ, ਬ੍ਰਹਮ ਰੂਪ ਤੇ ਹੈ ਹੀ। ਇਹ ਜੀਵ ਤੇ ਬ੍ਰਹਮ ਦਾ ਮਿਲਾਪ ਹੋ ਜਾਏ, ਇੱਕ ਹੋ ਜਾਏ। ਬੜਾ ਸੁੰਦਰ ਸ਼ਬਦ ਕਥਾ ਅੱਗੇ ਵੀ ਜ਼ਿਕਰ ਕੀਤਾ ਸੀ। ਭਾਈ ਬੁੱਧੂ ਸਾਹਿਬ, ਪੀਰ ਬੁੱਧੂ ਸਾਹਿਬ ਆਏ ਗੁਰਦੇਵ ਦੀ ਸ਼ਰਨ 'ਚ। ਪਤਾ ਲੱਗਾ ਨਾਨਕ ਦੀ 10ਵੀਂ ਜੋਤ ਪੌਂਟਾ ਸਾਹਿਬ ਆਸਨ ਲਗਾਇਆ ਹੈ। ਕੋਲ ਹੀ ਸੋਧਰਾ ਸਿੰਧੋਰਾ ਪਿੰਡ ਸੀ। ਉੱਥੋਂ ਦੇ ਵਸਨੀਕ ਸਨ ਪੀਰ ਬੁੱਧੂ ਸਾਹਿਬ। ਉੱਥੇ ਉਹਨਾਂ ਦਾ ਸਥਾਨ ਸੀ, ਆਸ਼ਰਮ ਸੀ, ਬੜੀ ਮਾਨਤਾ ਸੀ। ਰਿੱਧੀਆਂ ਸਿੱਧੀਆਂ ਬੜੀਆਂ ਸਨ, ਭਗਤੀ ਵਾਲੀ ਰੂਹ ਸੀ, ਰਿੱਧੀਆਂ ਸਿੱਧੀਆਂ ਬੜੀਆਂ ਸਨ। ਪਰ ਰਿੱਧੀਆਂ ਸਿੱਧੀਆਂ ਆਉਣ ਨਾਲ ਮਨ ਦੀ ਸ਼ਾਂਤੀ ਤਾਂ ਨਹੀਂ ਆਉਂਦੀ। ਜੋਗੀਆਂ ਕੋਲ ਕਿੱਥੇ ਸ਼ਾਂਤੀ ਸੀ? ਸ਼ਕਤੀਆਂ ਤਾਂ ਬੜੀਆਂ ਸਨ। ਜੋਗੀਆਂ ਵਰਗੀਆਂ ਸ਼ਕਤੀਆਂ ਵੀ ਦੇਖੋ, ਹਵਾ 'ਚ ਉੱਡਣ ਦੀ ਸ਼ਕਤੀ, ਅਲੋਪ ਹੋ ਜਾਣ ਦੀ ਸ਼ਕਤੀ, ਧਰਤੀ ਦੇ ਗਹਿਰਾਈ ਵਿੱਚ ਚਲੇ ਜਾਣ ਦੀ ਸ਼ਕਤੀ, ਪਾਣੀ ਦੇ ਉੱਤੇ ਚੱਲ ਸਕਣ ਦੀ ਸ਼ਕਤੀ, ਪ੍ਰਗਟ ਹੋ ਜਾਣਾ, ਛੁਪ ਜਾਣਾ। ਜੋਗੀਆਂ ਦੀ ਸਭ ਸ਼ਕਤੀਆਂ ਸਨ। ਪਰ ਮਨ ਦੀ ਸ਼ਾਂਤੀ, ਮਨ ਦਾ ਟਿਕਾਵ ਤਾਂ ਨਹੀਂ ਸੀ। ਕਿਉਂਕਿ ਉਹ ਤੱਤ, ਔਰ ਇਹ ਬੇਨਤੀ ਮੈਂ ਕਰਾਂ ਪਿਆਰੀ ਸਾਧ ਸੰਗਤ,
ਤੁਸੀਂ ਆਲੇ ਦੁਆਲੇ ਸੰਸਾਰ ਵਿੱਚ ਵੀ ਨਿਗਾਹ ਘੁਮਾ ਲੈਣਾ, ਜਿਹਨੂੰ ਅਸੀਂ ਸੋ ਕਾਲਡ ਕਹਿੰਦੇ ਨਾ ਜੀ, ਇਹਦੇ ਕੋਲ ਹਰ ਚੀਜ਼ ਹੈ, ਉਹਦੇ ਕੋਲ ਵੀ ਬੈਠ ਕੇ ਪੁੱਛੋਗੇ ਤੇ ਉਹਦੇ ਅੰਦਰ ਇੱਕ ਖਲਾ ਹੈ। ਦੈਟ ਇਜ਼ ਫੁਲਫਿਲਮੈਂਟ। ਇੰਗਲਿਸ਼ ਵਿੱਚ ਇਸ ਵਰਡ ਯੂਜ਼ ਕਰਦੇ ਹਾਂ, ਫੁਲਫਿਲਮੈਂਟ। ਉਸ ਦਾ ਅਭਾਵ ਹੈ ਅੰਦਰ। ਉਹ ਪਰਮ ਸ਼ਾਂਤੀ ਪ੍ਰਾਪਤ ਨਹੀਂ ਹੋਈ, ਕਿਉਂਕਿ ਉਹ ਆਪਣਾ ਆਪੇ ਤੋਂ ਦੂਰ ਹੈ, ਆਪਣੇ ਅਸਲੇ ਨੂੰ ਨਹੀਂ ਪਛਾਣ ਪਾ ਰਿਹਾ, ਉਹ ਸੱਚੇ ਆਨੰਦ ਨਾਲ ਨਹੀਂ ਜੁੜ ਪਾ ਰਿਹਾ। ਇਸ ਕਰਕੇ ਉਹਦੇ ਅੰਦਰ ਇੱਕ ਖਿੰਡਾਵ ਹੈ, ਅਸ਼ਾਂਤੀ ਹੈ, ਬੇਚੈਨੀ ਹੈ, ਜਿਹਨੂੰ ਬਾਹਰ ਤਲਾਸ਼ਦਾ ਹੈ। ਬੱਚਿਆਂ ਵਿੱਚ ਬਹੁਤ ਬੇਚੈਨੀ ਹੈ, ਕਿਉਂਕਿ ਉਹਨਾਂ ਬੱਚਿਆਂ ਨੂੰ ABC ਨਹੀਂ ਪਤਾ, ਇਸ ਕਰਕੇ ਉਹ ਅੱਜ ਬਾਹਰ ਨੂੰ ਦੌੜਦੇ ਨੇ, ਸ਼ੋਰ ਵੱਲ ਦੌੜਦੇ ਨੇ, ਪੱਬਾਂ ਵੱਲ ਦੌੜਦੇ ਨੇ, ਕਲੱਬਾਂ ਵੱਲ ਦੌੜਦੇ ਨੇ, ਸ਼ਰਾਬ ਵੱਲ ਦੌੜਦੇ ਨੇ, ਡਰੱਗਸ ਵੱਲ ਦੌੜਦੇ ਨੇ। ਹੈ ਅੰਦਰ ਦੀ ਅਸ਼ਾਂਤੀ। ਜੇ ਉਹਨਾਂ ਨੂੰ ਪਕੜ ਕੇ ਸਮਝਾ ਸਕੀਏ, ਉਹਨਾਂ ਦੀ ਧਾਰ ਜੀਵਨ ਦੀ ਬਦਲ ਦਈਏ, ਤੇ ਇਹ ਬੱਚੇ ਬੜਾ ਕੁਝ ਪ੍ਰਾਪਤ ਕਰ ਸਕਦੇ। ਜੋਗੀਆਂ ਦੇ ਮਨ ਵਿੱਚ ਵੀ ਸ਼ਾਂਤੀ ਨਹੀਂ ਸੀ, ਭਾਈ ਬੁੱਧੂ ਸਾਹਿਬ ਦੇ ਮਨ ਵਿੱਚ ਵੀ ਉਹ ਖਲਾ ਸੀ। ਕੁਝ ਲੈਣਾ ਹੈ ਨਾਨਕ ਦੇ ਘਰ ਤੋਂ, ਆਏ ਚੱਲ ਕੇ। ਗੁਰੂ ਦਰਬਾਰ ਸਜਿਆ ਹੈ, ਸਭ ਨਮਸਕਾਰਾਂ ਕਰ ਰਹੇ ਨੇ ਗੁਰਦੇਵ ਨੂੰ, ਦਸਮ ਪਾਤਸ਼ਾਹ ਨੂੰ, ਪਰ ਉੱਥੇ ਆ ਕੇ ਥੋੜ੍ਹਾ ਜਿਹਾ ਮਨ ਵਿੱਚ ਇੱਕ ਰੁਕਾਵਟ ਆ ਗਈ, ਜਿਸ ਸੇ ਹੰਕਾਰ ਦਾ ਅੰਸ਼ ਆ ਗਿਆ ਕਿ ਸਾਰੇ ਮੱਥੇ ਟੇਕ ਰਹੇ ਨੇ, ਜੇ ਮੈਂ ਵੀ ਮੱਥਾ ਟੇਕਿਆ ਤੇ ਮੇਰੇ ਨਾਲ ਦੇ ਚੇਲੇ ਜਿਹੜੇ ਨੇ ਉਹ ਕਹਿਣਗੇ ਇਸ ਤੋਂ ਵੱਡਾ ਪੀਰ ਬੈਠਾ ਤੇ ਅਸੀਂ ਤੈਨੂੰ ਕੀ ਕਰਨਾ। ਸੁਭਾਵਿਕ ਇਤਿਹਾਸ ਦੱਸਦਾ, ਉਹਨਾਂ ਨੇ ਹੱਥ ਅੱਗੇ ਕੀਤਾ, ਦਸਤ ਪੰਜਾ, ਸ਼ੇਕ ਹੈਂਡ। ਪਾਤਸ਼ਾਹ ਨੇ ਪੋਲਾ ਜਿਹਾ ਹੱਥ ਫੜ ਕੇ ਕੋਲ ਬਿਠਾ ਲਿਆ। ਜਪਨ ਵਾਲੀ ਰੂਹ ਹੈ, ਮਾਨ ਸਨਮਾਨ ਦਿੱਤਾ, ਉੱਚਾ ਸਥਾਨ ਦਿੱਤਾ ਬੈਠਣ ਨੂੰ। ਦਰਬਾਰ ਦੀ ਸਮਾਪਨ ਹੋਈ। ਉਸ ਤੋਂ ਬਾਅਦ ਅਗਲੇ ਜ਼ਮਾਨੇ ਵਿੱਚ ਜਿਹੜੀ ਅੱਜ ਸਾਡੇ ਅੰਦਰ ਘਾਟ ਹੈ, ਗਿਆਨ ਗੋਸ਼ਠੀ ਹੁੰਦੀ ਸੀ। ਜਿੱਥੇ ਅੱਜ ਮੰਜੀ ਸਾਹਿਬ ਗੁਰਦੁਆਰਾ ਹੈ ਨਾ, ਕਿਸੇ ਸਮੇਂ ਇੱਥੇ ਇਹਨੂੰ ਗਿਆਨ ਗੋਦੜੀ ਕਿਹਾ ਜਾਂਦਾ ਸੀ। ਵੱਡੇ ਵੱਡੇ ਮਹਾਂਪੁਰਸ਼, ਵਿਦਵਾਨ, ਗਿਆਨੀ ਜਨ ਆ ਕੇ ਆਪਣੇ ਆਪਣੇ ਸ਼ੰਕੇ ਕਰਦੇ ਸਨ, ਰੱਖਦੇ ਸਨ ਸੰਗਤ ਵਿੱਚ, ਸਾਥੀਆਂ ਵਿੱਚ, ਵਿਦਵਾਨਾਂ ਵਿੱਚ, ਅਤੇ ਨਿਵਰਤ ਕਰਦੇ ਸਨ, ਆਪਣੀ ਆਪਣੀ ਵਿਚਾਰ ਸਾਂਝੀ ਕਰਦੇ ਸਨ। ਗਿਆਨ ਵੰਡਿਆ ਗਿਆਨ ਵੱਧਦਾ ਹੈ, ਇਹ ਐਸਾ ਖਜ਼ਾਨਾ ਹੈ। ਪੀਰ ਬੁੱਧੂ ਸਾਹਿਬ ਬੈਠ ਗਏ, ਪਰ ਹੁਣ ਸ਼ੁਰੂ ਹੋਈ ਵਿਚਾਰ ਚਰਚਾ, ਤੇ ਪੀਰ ਬੁੱਧੂ ਸਾਹਿਬ ਨੇ ਆਪਣਾ ਪ੍ਰਸ਼ਨ ਰੱਖਿਆ, ਪਾਤਸ਼ਾਹ ਜੀਵ ਤੇ ਬ੍ਰਹਮ ਦਾ ਮਿਲਾਪ ਕਿਵੇਂ ਹੋਵੇ। ਉਹਨੇ ਜਿਹੜੇ ਅਧਿਆਤਮ ਦੇ ਪਾਂਧੀ ਨੇ ਨਾ, ਇਹ ਸਭ ਦੇ ਅੰਦਰ, ਕੱਲ੍ਹ ਮੈਂ ਯੋਗਾਨੰਦ ਜੀ ਦਾ ਜ਼ਿਕਰ ਕੀਤਾ ਸੀ, ਉਹਨਾਂ ਦੇ ਮਨ ਵਿੱਚ ਇਹੀ ਸਵਾਲ ਸੀ। ਪੀਰ ਬੁੱਧੂ ਸਾਹਿਬ ਕਹਿਣ ਲੱਗੇ, ਜੀਵ ਤੇ ਬ੍ਰਹਮ ਦਾ ਮਿਲਾਪ ਕਿਵੇਂ ਹੋਵੇ। ਪਾਤਸ਼ਾਹ ਕਹਿਣ ਲੱਗੇ, ਪੀਰ ਜੀ ਜਿਵੇਂ ਰਾਤ ਤੇ ਦਿਨ ਦਾ ਇੱਕਦਮ ਬੋਲ ਪਏ। ਪੀਰ ਬੁੱਧੂ ਸਾਹਿਬ, ਪਾਤਸ਼ਾਹ ਉਹ ਤੇ ਹੋ ਨਹੀਂ ਸਕਦਾ, ਰਾਤ ਤੇ ਦਿਨ ਦਾ ਮਿਲਾਪ ਤੇ ਨਹੀਂ ਹੋ ਸਕਦਾ। ਪਾਤਸ਼ਾਹ ਕਹਿੰਦੇ ਸਮਝ ਗਏ ਤੁਸੀਂ, ਠੀਕ ਸਮਝ ਗਏ। ਚੇਲੇ ਬੜੇ ਖੁਸ਼ ਹੋਏ ਵੀ ਸਾਡੇ ਤੇ ਪੀਰ ਨੇ ਗੱਲ ਫਟ ਹੱਲ ਕਰ ਲਈ। ਤੇ ਪੀਰ ਬੁੱਧੂ ਸਾਹਿਬ ਅੰਦਰੋਂ ਸਮਝ ਗਏ ਕਿ ਮੇਰੇ ਪੱਲੇ ਤੇ ਕੁਝ ਪਿਆ ਨਹੀਂ। ਕੁਝ ਸਮੇਂ ਬੀਤਿਆ, ਫਿਰ ਇਹ ਸਵਾਲ 2 ਵੇਰਾਂ 3 ਵੇਰਾਂ ਇਹ ਸਵਾਲ ਜਦੋਂ ਉਠਾਇਆ ਕਿ ਜੀਵ ਤੇ ਬ੍ਰਹਮ ਦਾ ਮਿਲਾਪ ਹੋਵੇ, ਤੇ ਪਾਤਸ਼ਾਹ ਦਾ ਉੱਤਰ ਉਹੀ ਹੋ ਕਿ ਜਿਵੇਂ ਰਾਤ ਤੇ ਦਿਨ ਦਾ ਮਿਲਾਪ ਹੁੰਦਾ ਹੈ। ਹੁਣ ਉਹਨਾਂ ਕੋਲ ਕੋਈ ਆਪਸ਼ਨ ਨਹੀਂ, ਜਾਂ ਤੇ ਉੱਠ ਕੇ ਚਲੇ ਜਾਣ। ਪਰ ਫਿਰ ਮਨ 'ਚ ਆਇਆ ਕਿ ਅੱਜ ਅਗਰ ਚੂਕ ਹੋ ਗਈ ਤੇ ਪਤਾ ਨਹੀਂ ਕਿਤਨੇ ਜਨਮਾਂ ਦਾ ਗੇੜ ਪੈ ਜਾਏ। ਅਸਲ ਤੇ ਮੰਜ਼ਿਲ ਅਜੇ ਆਈ ਨਹੀਂ, ਦੁਨੀਆ ਪਾਣੇ ਤੇ ਮੈਂ ਬਹੁਤ ਉੱਚਾ ਪਹੁੰਚ ਗਿਆ, ਪਰ ਅੰਦਰੋਂ ਮੈਨੂੰ ਤਾਂ ਪਤਾ ਨਾ ਕਿ ਮੇਰੀ ਅਵਸਥਾ ਨਹੀਂ ਬਣੀ। ਕਹਿਣ ਲੱਗੇ, ਪਾਤਸ਼ਾਹ ਸਮਝ ਨਹੀਂ ਪਈ। ਪਾਤਸ਼ਾਹ ਮੁਸਕਰਾਏ, ਪੀਰ ਜੀ ਘੁੰਡ ਵੀ ਰੱਖਦੇ ਹੋ ਤੇ ਸਵਾਲ ਵੀ ਕਰਦੇ ਹੋ। ਪੀਰ ਜੀ ਸਮਝ ਗਏ, ਚੋਲਾ ਜਿਹੜਾ ਪਾਇਆ ਸੀ ਨਾ, ਜੇ ਫੈਸਲਾ ਕਰ ਲਿਆ ਉਹਨਾਂ ਨੇ, ਚੇਲੇ ਜਾਣਨ ਤੇ ਜਾਣ, ਮੈਂ ਮਨੁੱਖਾ ਜੀਵਨ ਦਾ ਅਸਲਾ ਹਾਸਲ ਕਰਨਾ ਹੈ। ਅੱਜ ਮੌਕਾ ਮਿਲਿਆ ਹੈ, ਦਸਮ ਪਾਤਸ਼ਾਹ ਦੇ ਦਰਸ਼ਨ ਹੋਏ ਨੇ, ਅੱਜ ਮੈਂ ਉਹ ਪ੍ਰਾਪਤੀ ਕਰਨੀ ਹੈ ਜਿਹਦੇ ਲਈ ਮੈਨੂੰ ਸਰੀਰ ਮਿਲਿਆ ਹੈ। ਚੋਲਾ ਉਤਲਾ ਜਿਹੜਾ ਖਫਨੀ ਪਾਈ ਸੀ ਨਾ, ਚੁੱਕ ਕੇ ਪਰੇ ਰੱਖੀ। ਲਬਾਦਾ ਪਾਉਂਦੇ ਸਨ ਫਕੀਰ ਲੋਕ ਨਾ, ਸ਼ਾਹੀ ਫਕੀਰ। ਸੋਟੀ ਸੋਨੇ ਦੀ ਮੁੱਠੀ ਵਾਲੀ ਪਾਸੇ ਸੁੱਟੀ,
ਤੇ ਚਰਨਾਂ ਤੇ ਬੈਠ ਗਏ ਪਾਤਸ਼ਾਹ ਦੇ। ਪਾਤਸ਼ਾਹ ਕਿਰਪਾ ਕਰੋ। ਪਾਤਸ਼ਾਹ ਨੇ ਸੀਸ ਤੇ ਹੱਥ ਰੱਖਿਆ, ਕਹਿਣ ਲੱਗੇ ਪੀਰ ਜੀ, ਜਿਵੇਂ ਰਾਤ ਤੇ ਦਿਨ ਦਾ ਮਿਲਾਪ ਨਹੀਂ ਹੁੰਦਾ, ਉਦੋਂ ਜੀਵ ਤੇ ਬ੍ਰਹਮ ਦਾ ਮਿਲਾਪ ਵੀ ਨਹੀਂ ਹੋ ਸਕਦਾ। ਜੀਵ ਬ੍ਰਹਮ ਵਿੱਚ ਲੀਨ ਹੋ ਜਾਂਦਾ, ਬਸ ਇੱਕ ਰਹਿ ਜਾਂਦਾ, ਦੋ ਨਹੀਂ ਰਹਿੰਦੇ। ਇਹ ਦੋ ਨਹੀਂ ਰਹਿੰਦੇ, ਇੱਕ ਹੋ ਜਾਂਦਾ। ਜੀਵ ਬ੍ਰਹਮ ਰੂਪ ਹੀ ਹੈ, ਬ੍ਰਹਮ ਰੂਪ ਹੋ ਜਾਂਦਾ, ਬਸ ਇਹ ਮਿਲਾਪ, ਦੋ ਨਹੀਂ, ਇੱਕ। ਗੁਰੂ ਨਾਨਕ ਦਾ ਜੋਗ ਇੱਕ ਹੈ, 1 + 1 2 ਨਹੀਂ, ਇੱਕ 1। ਨਦੀਆਂ ਤੇ ਵਾਹ ਪਵੇਂ ਸਮੁੰਦ, ਨਦੀ ਦੀ ਆਪਣੀ ਹਸਤੀ ਖਤਮ ਹੋ ਗਈ, ਰਾਤ ਦੀ ਆਪਣੀ ਹਸਤੀ ਖਤਮ ਹੋ ਗਈ, ਦਿਨ ਹੋ ਗਿਆ। ਅੰਧੇਰੇ ਦੀ ਹਸਤੀ ਖਤਮ ਹੋ ਗਈ, ਰੋਸ਼ਨੀ ਹੋ ਗਈ। ਅੰਧੇਰੇ ਦਾ ਆਪਣਾ ਕੋਈ ਵਜੂਦ ਨਹੀਂ ਹੈ। ਵਾਟ ਇਜ਼ ਡਾਰਕਨੈਸ? ਬੱਚੇ ਨੂੰ ਪੁੱਛੋ, ਕਹੇਗਾ ਐਬਸੈਂਸ ਆਫ ਲਾਈਟ। ਰੋਸ਼ਨੀ ਜਲੀ, ਅੰਧੇਰਾ ਖਤਮ। ਗਿਆਨ ਹੋਇਆ, ਮੈਂ ਖਤਮ। तू तू करता, पढ़ो प्यार नाल, तू तू करता तू हुआ, मुझ में रहा ना हूँ। जब आपा पर का मिट गया, जत देखा तत तू। तू प्रगट हो गया, मैं खत्म हो गया। पातशाह किरपा करदे ने, संजोग विजोग दोए कार चलावे, लेखे आवे भाग। आदेश तिसै आदेश। नमस्कार है जोगियां दी भाषा है। आदेश मतलब नमस्कार। तो मेरे गुरुदेव कहते हैं साड़ी नमस्कार उस एक मालक नूं जो नाथ है, वो नाथ है साडा, वो मालक है। आदेश तिसै आदेश। आद अनील अनाद अनाहत, जुग जुग एको वेश। जो आदि तो है, अनील भाव परम पवित्रता है। अनाद जिदा अपना कोई आद नहीं, साढ़े आद तो है। सृष्टि दे आद वेले वो सी। इसलिए मैं शुरुआत कथा दी मूल मंत्र दी विचार च कहता सी, तिन्ना कालों में हो के भी वो काल अतीत है। तिन्ना कालों हो के भी काल अतीत है। तिन्ना गुना में हो के भी गुना अतीत है। तिन्ना अवस्थावां में हो के भी अवस्था तो अतीत है। वो है एक ओंकार। आद अनील अनाद अनाहत, जुग जुग एक होवे। सदा सदा एक रस बरत रहा है। अगली पौड़ी मेरे गुरुदेव कृपा कर देन। एका माई जुगत व्याई। बहुत बरीक जे पौड़ी। बड़े तपस्विया ने, बड़े विद्वाना ने, दास ने बहुत बहुत विद्वाना को बैठ के दी विचार की थी। सब दे अपने अपने विचार है, अपना अपना मत है। अज सवेरे चलन वेले भी मैं अरदास की थी, गुरुदेव इम्तिहान ना लेना। सच्चाई है। ऐसे तो बाणी दे अर्थ साढ़े एक जुड़न दा मार्ग है, एक जुड़न का मार्ग है, एक यतन है, ये अपना रस है। पर असल अर्थ गुरु नानक आप ही प्रगट होके कर सकता, ऐसे नहीं कर सकता। कोई दावा नहीं कर सकता कि मेरे अर्थ फाइनल है, कोई दावा नहीं कर सकता। एते कीते होर करे तो आख न सके कई। एक जुड़न का मार्ग है, जो जतन करांगे उसकी कृपा होएगी। उद्यम करांगे तो बख्शिश होएगी। पखा चलेगा, हवा आएगी। जतन है। एका माई जुगत व्याई, तिन चेले परवान। एक संसारी एक भंडारी, एक लाए दीवान। जिव तिस पावै तिवे चलावै, जिव होवै फुरमान। ओ वेखै ओना नदर ना आवै, बहुता एह विडान। एका माई, एका एक पार ब्रह्म परमेश्वर जिहड़ा निर्गुण ब्रह्म है। एका मैं बेनती बार बार कर रहा। पहले शुरुआत मूल मंत्र ही मैं बड़ा खोल के बेनती की सी। एका नंबर नहीं है,
ਇਹ ਨਿਰਗੁਣ ਬ੍ਰਹਮ ਦਾ ਲਖਾਇਕ ਹੈ, ਸੰਗਿਆ ਹੈ, ਨੰਬਰ ਨਹੀਂ ਹੈ। ਨੰਬਰ ਨਾ ਸਮਝਣਾ। एकम एकंकार निराला, अमर अजोनी जात न जाला, अगम अगोचर रूप न रेख्या, खोजत खोजत घट घट देखिया। यह संज्ञा है। एका निर्गुण ब्रह्म का लखायक है। निर्गुण निराकार एकत्वम ब्रह्म। इनू शास्त्रां ने उपनिषदां ने इंज बयानिया है, सजाति विजाति समद रहत एकत्वम ब्रह्म। बहुत बरीक लगे उपनिषदां दे गया था। एका वो निर्गुण ब्रह्म तो माया प्रगट हुई। माया उससे दी शक्ति है। गौंड राग विच मेरे पातशाह कहते ने, तीन गुना एक शकत उपाया, महामाया ताकी है छाया। उस पार ब्रह्म परमेश्वर एक निर्गुण ब्रह्म तो एक शक्ति, त्रै गुणी शक्ति प्रगट हुई, जिसनों महामाया करके जानिया जाता। तीन गुना एक शकत उपाया, महामाया ताकी है छाया। एका माई, वो एका ते उसकी शक्ति माया जुगत नाल प्रसूत हुई। उस तो तीन चेले भव तीन पुत्र। पुरातन ऐसा मानना है, तीन प्रमाणिक देवते हुए ने, ब्रह्मा जी, विष्णु जी, शिव जी, जिन्हां प्रति यह विचार आंदी है कि एक संसारी है, रजोगुणी है, ब्रह्मा जी संसार रचना करता है, दूसरा विष्णु जी वो प्रतिपालना करता है, तीसरा शिव जी वो संहार करता है। यह प्रमाणिक देवते तीन पुरातन धर्म शास्त्रां ने कबूले हैं, पर पातशाह कहते ने यह तीन एक दे अधीन ने। नाम सब ने हुण असे हिंदुस्तान विच नाम यह तीन देवतियां दा दे रहे हैं। क्रिश्चियनिटी विच कुछ होर नाम देंदे ने, इस्लाम कुछ होर मनदा, ट्रिनिटी सब मनदे। साइंस इनू कहती है इलैक्ट्रॉन, प्रोटॉन ते न्यूट्रॉन। असीं इनू रजगुण, समतम गुण, सतगुण भी कह सकते हैं, क्योंकि माया दे तीन गुण ने। तो यह तिना गुणां नाल ही सारा संसार है। जितने भी दृष्टमान संसार है, यह त्रैगुणी रूप है, त्रैगुणी रूप है। नमो राज संग ताम संग शांत रूपे, नमो परम तत्तंग अतत्तंग स्वरूपे। जाप साहब कि तिना गुणा में वो बार ब्रह्म परमेश्वर है, परम तत्व भी वो आप है, पर वो आप जो है अतत्वम है, सारे तत्तां तो उत्ते, तिना देवतियां तो उत्ते। तिने देवतियां नूं अगर कोई तीन देवते ही चला रहे हैं तो उन्होंने चलाने वाला एक पार ब्रह्म परमेश्वर है। दाता बाणी की कह रही है, बाणी कहती है दाता करता आप तू। वो दाता भी वही है, करता भी वही है, ते समेटदा भी वही है। निर्गुण आप सरगुण, निर्गुण आप सरगुण भी वही, कला तार जिन सगली मोही। निर्गुण सरगुण निरंकार सुन समाधि आप, आपन किया नानका आपे ही फिर जाप। सिद्धांत एक दा ही चलेगा, तिन्ने भी उसके अधीन ने, क्योंकि जोगी इन्हां नूं मनदे ने। उन्हें गुरुदेव ने नकारिया नहीं है, किसी के हिरदे नूं चोट नहीं दी गुरुदेव ने, पर अपना सिद्धांत नाल रखिया है कि तिन्ने भी उहदे ही अधीन ने। इसलिए आप नाथ नाथी सब जाकी, पिछली पौड़ी पातशाह कहा इन्हें, एका माई जुगत व्याई, तीन चेले परवान, एक संसारी एक भंडारी, एक लाए दीवान। तो हुण अपना सिद्धांत भी नाल ही पातशाह ने क्लीयर कर दिता है, साडे तो गल छुपाई नहीं। जिव तिस भावै, जिवें ओनू भांदा है तिवें चलावे, उसे तरह देवतियां नूं चलांदा है। जिव तिस पावै तिवें चलावै, जिव होवै फुरमान। जिवें उहदा हुक्म है, यह सारी सृष्टि हुक्मी होवन आकार, हुक्म ना कहा जाई। यह तिन्ने भी उहदे हुक्म दे अधीन ने। जिव तिस पावै तिवें चलावै, जिव होवै फुरमान।
ਉਹ ਵੇਖੈ ਉਹ ਨਾ ਨਜ਼ਰ ਨਾ ਆਵੇ, ਕਿਉਂਕਿ ਇਹ कृत ने। ਹੋਰ ਕਲੀਅਰ ਹੋ ਗਿਆ, ਇਹ ਹੋਰ ਕਲੀਅਰ ਹੋ ਗਿਆ। ਜਿਸ ਤਰ੍ਹਾਂ ਅਸੀਂ ਸਮਝਣ ਵਾਸਤੇ ਕਿ ਸਾਡਾ ਆਤਮ ਸਰੂਪ ਕੀ ਹੈ, ਸਮਝਣ ਵਾਸਤੇ ਸ਼ੁਰੂ ਵਿੱਚ ਅਸੀਂ ਇਸ ਕਥਾ ਵਿੱਚ ਦੀ ਆਰੰਭਤਾ ਵਿੱਚ ਇਹ ਚੀਜ਼ਾਂ ਬੇਸਿਕ ਪ੍ਰਿੰਸੀਪਲ ਵਿਚਾਰੇ ਸਨ, ਜਿਹਦੇ 'ਚ ਅਸੀਂ ਬੜੀ ਕਲੀਅਰਲੀ ਸਮਝਿਆ ਸੀ ਕਿ ਸੀਅਰ ਕੈਨੋਟ ਬੀ ਸੀਨਰੀ, ਦ੍ਰਿਸ਼ਟਾ ਦ੍ਰਿਸ਼ ਨਹੀਂ ਹੁੰਦਾ। ਉਪਨਿਸ਼ਦਾਂ ਦਾ ਵੀ ਸੂਤਰ ਇਹ ਹੈ, ਦ੍ਰਿਗੇਵ ਤੂ ਨਾ ਦ੍ਰਿਸ਼ਯਤੇ, ਇਹ ਉਪਨਿਸ਼ਦਾਂ ਦਾ ਸੂਤਰ ਹੈ। ਸੂਤਰ ਸਮਝਦੇ ਨਾ, ਤत्व ਤत्व ਹੈ। ਦ੍ਰਿਗੇਵ ਭਾਵ ਪਾਰ ਬ੍ਰਹਮ ਪਰਮੇਸ਼ਰ ਨਿਰਗੁਣ ਬ੍ਰਹਮ, ਉਹਦੀ ਗੱਲ ਕਰ ਰਹੇ ਨੇ ਉਪਨਿਸ਼ਦ। ਉਹ ਕਹਿੰਦੇ ਦ੍ਰਿਗੇਵ ਭਾਵ ਉਹ ਪਾਰ ਬ੍ਰਹਮ ਪਰਮੇਸ਼ਰ। ਦ੍ਰਿਗੇਵ ਤੂੰ ਨਾ ਦ੍ਰਿਸ਼ਯਤੇ, ਤੂੰ ਦ੍ਰਿਸ਼ਟ ਨਹੀਂ ਹੈ, ਤੂੰ ਦ੍ਰਿਸ਼ ਹੋ ਨਹੀਂ ਸਕਦਾ, ਕਿਉਂਕਿ ਦ੍ਰਿਸ਼ ਹੋਏਗਾ ਤੇ ਕੋਈ ਇਸ ਦ੍ਰਿਸ਼ ਦਾ ਦ੍ਰਿਸ਼ਟਾ ਹੋਏਗਾ ਨਾ, ਤੇ ਉਹ ਉਸ ਤੋਂ ਉੱਤੇ ਕੋਈ ਹੈ ਨਹੀਂ, ਉਸ ਤੋਂ ਪਹਿਲੇ ਕੋਈ ਨਹੀਂ। ਤੇ ਦ੍ਰਿਸ਼, ਉਹ ਦ੍ਰਿਸ਼ ਕਿਵੇਂ ਹੋਏਗਾ? ਕੌਣ ਦੇਖੇਗਾ ਉਹਨੂੰ? ਨਹੀਂ, ਦ੍ਰਿਗੇਵ ਤੂੰ ਨਾ ਦ੍ਰਿਸ਼ਯਤੇ। ਇਸ ਲਈ ਇਸਲਾਮ ਨੂੰ ਕਹਿੰਦਾ ਅੱਲਾਹ ਦੇਖਿਆ ਨਹੀਂ ਜਾ ਸਕਦਾ, ਲੱਭਿਆ ਨਹੀਂ ਜਾ ਸਕਦਾ। ਹਰ ਧਰਮ ਨੇ ਬਹੁਤ ਗਹਿਰਾਈ ਨਾਲ ਬਚਨ ਕੇ, ਪਾਤਸ਼ਾਹ ਨੇ ਤਾਂ ਬਹੁਤ, ਗੁਰੂ ਨਾਨਕ ਦੀ ਵਡਿਆਈ, ਉਹਨੇ ਸਾਰੇ ਧਰਮਾਂ ਦਾ ਨਿਚੋੜ ਸਾਡੇ ਹਰ ਧਰਮ ਦੇ ਪੱਖ ਨੂੰ ਸਾਹਮਣੇ ਰੱਖ ਕੇ ਗੁਰਦੇਵ ਨੇ ਆਪਣਾ ਸਿਧਾਂਤ ਦੱਸਿਆ ਸਾਨੂੰ। ਇਹ ਵਡਿਆਈ ਗੁਰੂ ਨਾਨਕ ਦੀ। ਅੱਜ ਗੁਰੂ ਨਾਨਕ ਦਾ ਸੰਦੇਸ਼, ਮੈਂ ਕੋਈ ਸੁਣੀ ਸੁਣਾਈ ਗੱਲਾਂ ਨਹੀਂ ਕਰ ਰਿਹਾ ਪਿਆਰੀ ਸਾਧ ਸੰਗਤ, ਮੈਂ ਆਪ ਚਰਚਾ 'ਚ ਆ ਕੇ ਵੀ ਡਿਸਕਸ ਕੀਤਾ ਹੈ, ਇਸਲਾਮਿਕ ਕਾਨਫਰੰਸਿਸ ਵਿੱਚ ਵੀ ਡਿਸਕਸ ਕੀਤਾ ਹੈ, ਮੰਦਰਾਂ ਵਿੱਚ ਵੀ ਵਿਚਾਰ ਕੀਤੀ ਹੈ। ਬਟ ਉਹ ਕਹਿੰਦੇ ਯੈਸ, ਗੁਰੂ ਨਾਨਕ ਦੀ ਗੱਲ ਅਕਾਟ ਹੈ, ਕਿਉਂਕਿ ਉਹ ਸਾਰੇ ਸਿਧਾਂਤਾਂ ਨੂੰ ਕਿਸੇ ਨੂੰ ਠੁਕਰਾਉਂਦੇ ਨਹੀਂ, ਉਹ ਸਭ ਨੂੰ ਨਾਲ ਲੈ ਕੇ ਚੱਲਦੇ ਨੇ। ਮੇਰੇ ਗੁਰੂ ਨਾਨਕ ਦੀ ਵਡਿਆਈ ਹੈ, ਉਹ ਸਭ ਨੂੰ ਆਪਣੇ ਨਾਲ ਰੱਖਦੇ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੋਸਈਆਂ, ਕੋਈ ਅਲਾਏ। ਵੇਦ ਕਤੇਬ ਕਹੋ ਮਤ ਝੂਠੇ, ਬਾਣੀ ਕਹਿ ਰਹੀ ਹੈ ਝੂਠਾ ਜੋ ਨਾ ਵਿਚਾਰੇ। ਪਰ ਪਾਸ਼ਾ ਨਾਲ ਲੈ ਕੇ ਚੱਲਦੇ ਨੇ। ਗੁਰਦੇਵ ਕਹਿ ਰਹੇ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਗੱਲ ਆ ਰਹੀ ਸੀ ਸੀਨਰੀ ਦੀ, ਉਹ ਵੇਖਿਓ ਨਾ ਨਜ਼ਰ ਨਾ ਆਵੇ। ਦੇਖੋ ਇਹ ਘੜੀ ਹੈ, ਮੈਂ ਦੇਖ ਰਿਹਾ, ਮੈਂ ਦ੍ਰਿਸ਼ਟਾ ਹੋ ਗਿਆ, ਉਹ ਦ੍ਰਿਸ਼ ਹੋ ਗਿਆ। ਇਸ ਤਰ੍ਹਾਂ ਹੁਣ ਆਪਣੇ ਅੰਦਰ ਦੇਖੀਏ, ਸਰੀਰ ਨੂੰ ਮੈਂ ਦੇਖ ਰਿਹਾ, ਇਹਦਾ ਮਤਲਬ ਮੇਰੀ ਇੱਕ ਵਜੂਦ ਹੈ ਤੇ ਸਰੀਰ ਦੇਖ ਰਿਹਾ ਨਾ, ਠੀਕ। ਹੁਣ ਇਸ ਤੋਂ ਬਾਅਦ ਨੈਕਸਟ, ਮੇਰੇ ਮਨ ਦੇ ਭਾਵ, ਮੇਰੇ ਮਨ ਵਿੱਚ ਕੀ ਚੱਲ ਰਿਹਾ ਹੈ? ਮੇਰੇ ਅੰਦਰ ਕੋਈ ਸ਼ਕਤੀ ਦੇਖ ਰਹੀ ਹੈ ਨਾ ਮਨ ਦੇ ਭਾਵ ਨਾਲੋਂ। ਇਟ ਮੀਨਸ ਮਨ ਤੋਂ ਪਿੱਛੇ ਕੋਈ ਸ਼ਕਤੀ ਹੈ, ਜਿਹੜੀ ਮੇਰੀ ਬੁੱਧੀ ਵਿੱਚ ਵਿਚਾਰਾਂ ਚੱਲ ਰਹੀਆਂ ਨੇ, ਫਿਲਟਰ ਹੋ ਰਹੀਆਂ ਨੇ। ਡਿਸਕ੍ਰਿਮੀਨੇਸ਼ਨ ਪਾਵਰ, ਬੁੱਧੀ ਕੀ ਹੈ? ਡਿਸਕ੍ਰਿਮੀਨੇਸ਼ਨ ਪਾਵਰ। ਡਿਸਕ੍ਰਿਮੀਨੇਟ ਜਿਹੜਾ ਕਰ ਰਿਹਾ ਹੈ ਉਹ ਬੁੱਧੀ ਤੋਂ ਉੱਤੇ ਹੈ ਨਾ, ਤਾਂ ਹੀ ਡਿਸਕ੍ਰਿਮੀਨੇਟ ਕਰ ਰਿਹਾ ਨਾ। ਬੁੱਧੀ ਵਿੱਚ ਕੀ ਡਿਸਕ੍ਰਿਮੀਨੇਟ ਹੋ ਰਿਹਾ, ਉਹਨੂੰ ਜਾਣਨ ਵਾਲਾ ਕੋਈ ਹੈ ਨਾ। ਬਾਣੀ ਪਾਤਸ਼ਾਹ ਨੇ ਕਿਹਾ ਹੈ, ਜੋ ਹੈ ਜਾਣੋ ਸੋ ਹੈ ਨਾ ਹੈ, ਜਾਣਨ ਹਾਰੇ ਕੋ ਬਲ ਜਾਉ। ਜਾਣਨ ਹਾਰ ਕੋਈ ਹੋਰ ਹੈ, ਬੁੱਧੀ ਜਾਣਨਹਾਰ ਨਹੀਂ ਹੈ, ਮਨ ਜਾਣਨਹਾਰ ਨਹੀਂ ਹੈ। ਇਟ ਮੀਨਸ ਮਨ ਔਰ ਬੁੱਧੀ ਦੂ ਵੀ ਵਾਚਨ ਵਾਲਾ ਕੋਈ ਹੈ। ਇਸ ਨੂੰ ਹੋਰ ਸੁਖੈਨ ਸਮਝ ਲਈਏ, ਮਨ ਤੇ ਬੁੱਧੀ ਜਿੱਥੇ ਨਹੀਂ ਰਹਿੰਦੇ, ਤਿੰਨ ਅਵਸਥਾਵਾਂ ਸਾਡੀਆਂ, ਸੁਪਨਾ ਦੇਖ ਰਹੇ ਹਾਂ, ਜਾਂ ਜਾਗ ਰਹੇ ਹਾਂ, ਜਾਂ ਗਹਿਰੀ ਨੀਂਦ ਸੁੱਤੇ ਪਏ ਹਾਂ। ਜਾਗਰਤ ਵਿੱਚ ਸਾਡਾ ਸਰੀਰ ਜਾਗਦਾ ਪਿਆ, ਅੱਖਾਂ ਜਾਗ ਦੇਖਦੀਆਂ, ਸਭ ਕੁਝ ਹੋ ਰਿਹਾ। ਸੁਪਨੇ ਵਿੱਚ ਕੇਵਲ ਮਨ ਦੇ ਇੱਕ ਸੰਕਲਪ ਫੁਰਨੇ, ਮਨ ਦੇ ਫੁਰਨਿਆਂ ਦਾ ਨਾਂ ਹੀ ਸੁਪਨਾ, ਠੀਕ। ਮਨ ਜਾਗਦਾ ਪਿਆ। ਗਹਿਰੀ ਨੀਂਦਰ ਵਿੱਚ ਤੇ ਨਾ ਮਨ ਹੁੰਦਾ ਨਾ ਬੁੱਧੀ ਹੁੰਦੀ ਹੈ। ਫਿਰ ਕੌਣ ਦੱਸਦਾ ਸਾਨੂੰ ਸਵੇਰੇ ਉੱਠ ਕੇ ਵੀ ਮੈਂ ਬੜੀ ਗਹਿਰੀ ਨੀਂਦ 'ਚ ਸੁੱਤਾ, ਬੜੀ ਆਨੰਦ ਆਇਆ? ਇਹ ਆਨੰਦ ਦਾ ਅਨੁਭਵ ਕਿਹਨੂੰ ਹੋਇਆ? ਕਿਹਨੂੰ ਹੋਇਆ? ਬਾਦਸ਼ਾਹ ਨੇ ਇਸ਼ਾਰਾ ਕੀਤਾ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਸਾਡੇ ਅੰਦਰ ਜਾਗਦੀ ਜੋਤ। ਇਸ ਲਈ ਪਾਤਸ਼ਾਹ ਨੇ ਖਾਲਸੇ ਦੀ ਡੈਫੀਨੇਸ਼ਨ ਕਿਹਾ, ਜਾਗਤ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੇ। ਖਾਲਸੇ ਦੀ ਡੈਫੀਨੇਸ਼ਨ ਹੈ। ਉਹ ਜਾਗਤ ਜੋਤ ਸਾਡੇ ਅੰਦਰ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਉਹ ਜੋਤ ਜੋ ਪਰਮੇਸ਼ਵਰ ਦੀ ਅੰਸ਼ ਹੈ, ਕਹੋ ਕਬੀਰ ਹੈ ਰਾਮ ਕੀ ਅੰਸ਼। ਉਹ ਸਾਡਾ ਆਤਮ ਸਰੂਪ ਜਿਹੜਾ ਹੈ, ਉਹ ਜਾਗਦੀ ਜੋਤ ਹੈ।
ਉਹ ਜਾਣਦਾ ਹੈ ਸਾਡੇ ਮਨ ਦੀਆਂ ਤੇ ਬੁੱਧੀ ਦੀਆਂ ਵਿਚਾਰਾਂ ਨੂੰ। ਮਨ ਤੇ ਬੁੱਧੀ ਨਹੀਂ ਉਹਨੂੰ ਜਾਣਦੇ। ਜਿਸ ਦਿਨ ਮਨ ਜਾनेगा, मन लीन हो जाएगा, मन खत्म। ऐसे करके तो वापस की यात्रा करनी है ना। से मनुष्य जीवन ऐसे लिए मिलिया है कि इन्होंने विचारों द्वारा असे वापसी की यात्रा करनी है। बार बार खिंडाव विच नहीं जाना। असे अपने इंद्रियां नूं संकोच के, बिरतियां नूं संकोच के मन च लीन करना है, मन नूं बुद्धि विच लीन करना है, बुद्धि नूं आत्म स्वरूप विच लीन करना है। यात्रा पूरी हो गई। ਇਹਦੇ ਵਾਲੀ ਸਾਡੇ ਕੋਲ ਟਾਈਮ ਹੀ ਨਹੀਂ, ਅਸੀਂ ਇਹ ਕੰਮ ਕਰਦੇ ਨਹੀਂ। ਇਸ ਲਈ ਸਵੇਰੇ ਬਾਰ-ਬਾਰ ਕਹਿੰਦਾ ਚੌਂਕੜਾ ਲਾਓ, ਇਹ ਸੁਭਾਵਕ ਹੋ ਜਾਏਗਾ। ਨਾ ਮਨ ਰਹੇਗਾ ਚੌਂਕੜੇ ਵਿੱਚ, ਨਾ ਬੁੱਧੀ ਰਹੇਗੀ। ਸਮਾਧੀ ਅਵਸਥਾ, ਤੁਰੀ ਅਵਸਥਾ, ਸਹਿਜ ਅਵਸਥਾ, ਅਡੋਲ ਅਵਸਥਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਪ੍ਰਾਪਤ ਹੋਏਗੀ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਅਡੋਲ ਅਵਸਥਾ, ਸਹਿਜ ਅਵਸਥਾ, ਤੁਰੀਆ ਵਿੱਚ ਜਾ ਕੇ ਮਿਲਦਾ ਹੈ ਪਰਮਾਤਮਾ ਦੇ ਦਰਸ਼ਨ। ਗੁਰੂ ਦੀ ਪ੍ਰਾਪਤੀ ਉੱਥੇ ਹੁੰਦੀ, ਉੱਥੇ ਗੁਰੂ ਦੀ। ਉਦੋਂ ਫਿਰ ਆਨੰਦ ਆਉਂਦਾ ਹੈ। ਆਨੰਦ ਭਿਆ, ਪੜ੍ਹੋ ਪੰਕਤੀਆਂ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ 'ਚ ਆ ਕੇ ਗੁਰੂ ਮਿਲਦਾ ਹੈ, ਤਾਂ ਉਦੋਂ ਫਿਰ ਆਨੰਦ ਆਉਂਦਾ। ਹੁਣ ਆਨੰਦ ਇੱਥੇ ਤੇ ਆ ਰਿਹਾ ਕਿਉਂਕਿ ਗੁਰੂ ਦੇ ਦਰਸ਼ਨ ਕਰ ਰਹੇ ਹਾਂ। ਇੱਥੇ ਇੰਨੀ ਪਾਵਰਫੁਲ ਔਰਾ ਹੈ ਗੁਰੂ ਦੀ, ਕਦੀ ਇਸ ਨੂੰ ਅਨੁਭਵ ਕਰੋ। ਇਤਨੀ ਪਾਵਰਫੁਲ ਔਰਾ ਹੈ। ਅੱਜ ਤੇ ਔਰਾ ਦੀ ਫੋਟੋਗ੍ਰਾਫੀ ਵੀ ਆ ਗਈ ਹੈ, ਕਿਆਨ ਫੋਟੋਗ੍ਰਾਫੀ ਉਹਨੂੰ ਕਹਿੰਦੇ ਨੇ। ਕਿਆਨ ਫੋਟੋਗ੍ਰਾਫੀ ਜਿਹੜਾ ਅਸੀਂ ਦੇਖਦੇ ਹਾਂ ਨਾ, ਮਹਾਂਪੁਰਸ਼ਾਂ ਦੀਆਂ ਤਸਵੀਰਾਂ ਬਣਾਉਂਦੇ ਹਾਂ, ਆਸ-ਪਾਸ ਸਿਰ ਦੇ ਆਸ-ਪਾਸ ਰੋਸ਼ਨੀ ਹੁੰਦੀ ਹੈ, ਇਹ ਔਰਾ ਹੁੰਦਾ, ਐਨਰਜੀ। ਇਹ ਐਨਰਜੀ ਤੋਂ ਪਤਾ ਲੱਗ ਜਾਂਦਾ ਬੰਦਾ ਕਿਸ ਬਿਰਤੀ ਦਾ ਮਾਲਕ ਹੈ। ਪਾਪੀ ਬਿਰਤੀ ਹੈ, ਪੁਨੀ ਬਿਰਤੀ ਹੈ, ਨੇਕ ਬੰਦਾ, ਮਾੜਾ ਬੰਦਾ। ਇਹ ਜੈਪਨੀਜ਼ ਟੈਕਨੋਲੋਜੀ ਹੈ ਕਿਆਨ। ਕਿਆਨ ਸਾਇੰਟਿਸਟ ਸੀ, ਉਹਦੇ ਨਾਂ 'ਤੇ ਇੱਕ ਟੈਕਨੋਲੋਜੀ ਹੈ, ਕੈਮਰਾ ਬਣ ਗਿਆ ਹੁਣ, ਜਿਹੜਾ ਔਰਾ ਦੀ ਪਿਕਚਰ ਲੈਂਦਾ ਹੈ। ਔਰ ਉਸ ਔਰਾ, ਇੱਥੇ ਇੰਨੀ ਔਰਾ ਪਾਵਰਫੁਲ ਹੈ ਗੁਰਦੇਵ ਦੀ, ਧੰਨ ਗੁਰੂ ਗ੍ਰੰਥ ਸਾਹਿਬ ਦੀ। ਔਰ ਇਸ ਤੋਂ ਵੀ ਸੂਖਸ਼ਮ ਜੇ ਜਦੋਂ ਤੁਸੀਂ ਬਿਰਤੀ ਤੁਹਾਡੀ ਜੁੜ ਜਾਏਗੀ ਨਾ, ਤੁਸੀਂ ਇਹ ਦੇਖੋਗੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਉਹ ਰੂਹਾਨੀਅਤ ਦੇ ਸੁਭਾਵਕ ਨੂੰ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਉਹ ਰੂਹਾਨੀਅਤ ਦਾ ਅਨੁਭਵ ਹੋਏਗਾ। ਔਰਾ ਹੈ ਇੱਥੇ। ਤਾਂ ਹੀ ਕਹਿੰਦੇ ਇੱਥੇ ਕੋਈ ਵਿਚਾਰਾਂ ਹੋਰ ਦੁਨੀਆ ਦੀ ਗੱਲਾਂ ਨਾ ਕਰੋ ਦਰਬਾਰ 'ਚ। ਇੱਕ ਐਸਾ ਪਾਵਰਫੁਲ ਸਿਸਟਮ ਹੈ ਇੱਥੇ, ਇੰਨੀ ਪਾਵਰਫੁਲ ਐਨਰਜੀ ਹੈ ਇੱਥੇ। ਇੱਥੇ ਇੰਨੀਆਂ ਵਾਈਬ੍ਰੇਸ਼ਨਸ ਨੇ ਸਟਰੋਂਗ, ਤੁਹਾਡੇ ਵੱਡੇ ਤੋਂ ਵੱਡੇ ਕਸ਼ਟ ਜਲਾ ਕੇ ਰਾਖ ਕਰ ਦੇਣਗੀਆਂ। ਪਰ ਤੁਸੀਂ ਮੌਜੂਦ ਤੇ ਹੋਵੋ। ਮੌਜੂਦ ਨਹੀਂ ਹੁੰਦੇ, ਸਾਡਾ ਮਨ ਬਾਹਰ ਹੁੰਦਾ। ਸਰੀਰ ਦੀ ਹਾਜ਼ਰੀ ਹਾਜ਼ਰੀ ਨਹੀਂ ਹੈ, ਮਨ ਦੀ ਹਾਜ਼ਰੀ ਹਾਜ਼ਰੀ। ਮਨ ਵੇਚੇ ਸਤਿਗੁਰ ਕੇ ਪਾਸ। ਮਨ ਦੀ ਹਾਜ਼ਰੀ ਇੱਥੇ ਹੋਵੇ, ਮਨ ਇੱਥੇ ਹੋਵੇ, ਟਿਕਿਆ ਹੋਵੇ। ਉਹ ਹੈ ਔਰਾ, ਇੰਨਾ ਪਾਵਰਫੁਲ ਔਰਾ ਹੈ। ਕਿਆਨ ਫੋਟੋਗ੍ਰਾਫੀ 'ਚ ਉਹਨੇ ਕੈਚ ਕੀਤਾ ਉਹਨੇ। ਅਤੇ ਗੁਰਦੇਵ ਕਹਿੰਦੇ ਨੇ ਉਹ ਵੇਖੇ ਜਿਸ ਤਰ੍ਹਾਂ ਸਾਡਾ ਆਤਮ ਤੱਤ ਸਾਡੇ ਬੁੱਧੀ ਦੇ, ਸਾਡੇ ਮਨ ਦੇ ਸੰਕਲਪਾਂ ਨੂੰ, ਵਿਚਾਰਾਂ ਨੂੰ ਉਹ ਜਾਣਦਾ ਹੈ ਨਾ, ਇਸ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਤਿੰਨੇ ਦੇਵਤਿਆਂ ਨੂੰ ਦੇਖ ਰਿਹਾ। ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਉਹ ਮਾਇਆ ਦੀ ਅੰਸ਼ ਨੇ। ਜਿੱਥੇ ਮਾਇਆ ਹੈ ਉੱਥੇ ਉਹ ਨਹੀਂ ਹੈ, ਨਿਰੰਜਨ ਹੈ, ਮਾਇਆ ਰਹਿਤ ਹੈ। ਮਾਇਆ ਵਿੱਚ ਹੋ ਕੇ ਵੀ ਮਾਇਆ ਤੋਂ ਰਹਿਤ ਹੈ। ਮਾਇਆ ਤੋਂ ਉੱਤੇ ਉੱਠਣਾ ਪਏਗਾ। ਇਹ ਸਹਿਜ ਅਵਸਥਾ ਮਾਇਆ ਤੋਂ ਉੱਤੇ ਉੱਠ ਜਾਣ ਵਾਲੀ ਅਵਸਥਾ ਹੈ। ਤੁਰਿਆ, ਤੁਰਿਆ ਮੀਨਸ ਸੁਪਨ ਜਾਗਰਤ ਸੁਸ਼ੁਪਤੀ ਤੋਂ ਉੱਤੇ, ਰਜਗੁਣ ਤਮਗੁਣ ਸਤਗੁਣ ਤੋਂ ਉੱਤੇ। ਪਾਤਸ਼ਾਹ ਨੇ ਬਾਣੀ 'ਚ ਸਪਸ਼ਟ ਕਿਹਾ ਹੈ, ਤ੍ਰੈ ਗੁਣਾ ਮੇਂ ਸਹਿਜ ਨਾ ਮਿਲੇ, ਤ੍ਰੈ ਗੁਣ ਭਰਮ ਭੁਲਾਏ, ਗਾਵੀਏ ਸੁਣੀਏ ਕਿਆ ਕਥੀਏ, ਜਾਂ ਮੁੱਢੋਂ ਉੱਥਾ ਜਾਏ, ਚੌਥੇ ਪਦ ਮੇਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਇਹ ਚੌਥਾ ਪਦ ਹੈ, ਤੁਰਿਆ ਪਦ। ਇਹ ਉੱਚੀ ਅਵਸਥਾ ਹੈ। ਉੱਥੇ ਜਾ ਕੇ ਫਿਰ ਦੀਦਾਰ ਹੁੰਦੇ ਨੇ, ਸੱਤ ਦੇ ਦੀਦਾਰ ਹੁੰਦੇ ਨੇ। ਮਾਇਆ ਰਹਿਤ ਸਤ, ਸਤਨਾਮ। ਇੱਥੇ ਗੁਰਦੇਵ ਮੇਰੇ ਸਮਝਾ ਰਹੇ ਹਨ, ਉਹ ਵੇਖੇ ਤਿੰਨੇ ਦੇਵਤਾ ਵੀ ਅਗਰ ਸੰਸਾਰ ਚਲਾ ਰਹੇ, ਉਹ ਚਲਾਓ ਦੇ ਹੁਕਮ ਹੀ 'ਚ ਹੀ ਰਹੇ ਨੇ। ਉਹੀ ਚਲਾਉਣ ਵਾਲਾ ਹੈ, ਉਹੀ ਇਹਨਾਂ ਨੂੰ ਕੰਟਰੋਲ ਕਰ ਰਿਹਾ ਹੈ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਨ, ਆਦੇਸ ਤਿਸੈ ਆਦੇਸ।
फिर एक बार गुरुदेव नमस्कार कर रहे हैं। आदेश तिसै आदेश, आद अनील अनाद अनाहत, जुग जुग एको वेस। जपो प्यार नाल। आदेश तिसै आदेश, आद अनील अनाद अनाहत, जुग जुग एको वेस। आज इतनी ही सेवा परवान करनी प्यारी साध संगत। बानी अगाध बोध है, बानी पढ़द्या बानी विचारद्या अनेकां अनेक भुलां हो जांदियां। आप संगत रूप हो, तीस रूपी फतेह गजाओ जी। वाहिगुरु जी का खालसा, वाहिगुरु जी की फतेह। वाहिगुरु 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 वाहिगुरु